ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੌੜੀ ਬਖਸ਼ਿਸ਼ ਕਰਦੇ ਨੇ 34ਵੀਂ ਵਿੱਚ। ਪਹਿਲੀ 'ਚ 92 ਅੱਖਰ ਕੁੱਲ ਦਿੱਤੇ ਨੇ ਮਹਾਰਾਜ ਨੇ, ਹੁਣ 34ਵੀਂ ਪੌੜੀ ਬਖਸ਼ਿਸ਼ ਕਰਦੇ ਨੇ। ਫਿਰ ਇੱਕ ਸਿੱਧ ਨੇ ਬੇਨਤੀ ਕੀਤੀ, ਮਹਾਰਾਜ ਸ਼ਾਸਤਰ ਜਿਹੜੇ ਨੇ ਵੇਦ ਸ਼ਾਸਤਰ ਆਦਿਕ, ਇਹਨਾਂ 'ਚ 3 ਪ੍ਰਕਾਰ ਦੇ ਕਾਂਡ ਕਥਨ ਕੀਤੇ ਨੇ ਵੇਦਾਂ ਦੀਆਂ ਸੁਰਤੀਆਂ। ਇੱਕ ਤਾਂ ਕਰਮ ਕਾਂਡ ਹੈ, 80,000 ਸੁਰਤੀ ਉਹਦੀ ਹੈ। ਉਪਾਸਨਾ ਕਾਂਡ ਹੈ, 16,000 ਸੁਰਤੀ ਉਹਦੀ ਹੈ। ਅਤੇ 4,000 ਗਿਆਨ ਕਾਂਡ ਦੀ ਲਿਖੀ, 1 ਲੱਖ ਸੁਰਤੀ ਵੇਦਾਂ ਦੀ ਹੈ। ਆਪ ਵੀ ਕਿਰਪਾ ਕਰਕੇ ਦੱਸੋ, ਕਰਮ ਕਾਂਡ, ਕਰਮਾਂ ਦੇ ਕਰਨ ਦਾ ਥਾਂ ਕਿਹੜਾ, ਕਰਮ ਕਿਸ ਸਮੇਂ ਤੇ ਕੀਤੇ ਜਾ ਸਕਦੇ ਨੇ ਅਤੇ ਕਦੋਂ ਕਰਨੇ ਚਾਹੀਦੇ ਨੇ, ਜਿਸ ਤੇ ਕਰਮਾਂ ਦਾ ਫਲ ਬੰਦੇ ਨੂੰ ਛੇਤੀ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਤੁਕਾਂ ਨੂੰ ਇਸ ਧਿਆਨ ਨਾਲ ਦੇਖ ਲੈਣਾ ਕਿ ਥੋੜੇ ਅੱਖਰ ਅੱਗੇ ਪਿੱਛੇ ਲਾ ਕੇ, ਕਿਉਂ ਕਾਵਿ ਰੂਪ ਹੈ ਨਾ, ਵਾਰਤਕ ਵਿੱਚ ਲਿਆ ਕੇ, ਕਵਿਤਾ ਤੋਂ ਵਾਰਤਕ 'ਚ ਲਿਆ ਕੇ ਅਰਥ ਹੁੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਵਨ ਪਾਣੀ, ਜਿਵੇਂ ਪੌਣ, ਪਾਣੀ, ਅੱਗ ਤੇ ਆਦਿਕ ਜਿਹੜੇ ਤੱਤ ਨੇ ਪੰਜੇ, ਇਹਨਾਂ ਤੱਤਾਂ ਦੁਆਰਾ ਜਿਹੜਾ ਨਾ ਸਾਰਾ ਪਾਤਾਲ ਤੋਂ ਪਾਪ ਪੁਲਾੜ, ਪੁਲਾੜ ਵਿੱਚ ਅਰਥਾਤ ਆਕਾਸ਼ ਵਿੱਚ ਜੋ ਧਰਤੀ ਸਥਿਤ ਕੀਤੀ ਆ ਅਕਾਲ ਪੁਰਖ ਨੇ, ਫਿਰ ਉਸ ਧਰਤੀ ਵਿੱਚ ਜੋ ਧਰਮ ਦੀ ਸ਼ਾਲਾ ਤੋਂ ਪਾਪ ਭਾਰਤ ਖੰਡ ਦੀ ਭੂਮੀ ਸਥਾਪਨ ਕੀਤੀ। ਕਿਉਂਕਿ ਸਭ ਤੋਂ ਪੁਰਾਤਨ ਧਰਤੀ ਦੇ ਉੱਤੇ ਭਾਰਤ ਖੰਡ ਹੈ। ਭਾਰਤ ਖੰਡ ਛੋਟਾ ਜਿਹਾ ਨਹੀਂ ਹੈ। ਭਾਰਤ ਦੇਸ਼ ਪਹਿਲਾਂ ਪੁਰਾਣੇ ਨਕਸ਼ੇ ਵਿੱਚ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਆ ਸਾਰਾ ਭਾਰਤ ਖੰਡ ਵਿੱਚ ਹੀ ਸੀ। ਬਗਦਾਦ ਤੱਕ, ਇੱਧਰ ਸਾਰੇ ਗਾਹਾਂ ਤੱਕ ਉਤਾਨਪਾਦ ਰਾਜਾ ਰਾਜ ਕਰਦਾ ਸੀ, ਧਰੂ ਦਾ ਪਿਤਾ, ਜਿੱਥੇ ਪ੍ਰਹਿਲਾਦ ਹੋਣੀ, ਹਰਨਾਕਸ਼ ਹੋਣੀ, ਸਾਰੇ। ਮਹਾਰਾਜ ਕਹਿੰਦੇ ਇਹ ਇੱਕ ਧਰਮ ਦੀ ਧਰਤੀ ਬਣਾਈ, ਜਿੱਥੇ ਰਿਸ਼ੀ ਮੁਨੀ ਪੀਰ ਪੈਗੰਬਰ ਸ਼ੂ ਤੋਂ ਲੈ ਕੇ ਵੱਡੇ ਵੱਡੇ ਅਵਤਾਰ, ਤੇ 10 ਗੁਰਾਂ ਦਾ ਅਵਤਾਰ ਵੀ ਉੱਥੇ ਹੋਇਆ ਗੁਰਾਂ ਦਾ। ਇਸ ਕਰਕੇ ਇਹ ਧਰਤੀ ਜਿਹੜੀ ਹੈ ਨਾ, ਧਰਮ ਖੰਡ ਦੀ, ਧਰਮ ਦੀ ਸ਼ਾਲਾ ਭਾਵ ਇਹ ਬਣਾਈ ਅਕਾਲ ਪੁਰਖ ਵਾਹਿਗੁਰੂ ਨੇ। ਸੋ ਇਹੀ ਕਰਮਾਂ ਦੇ ਕਰਨ ਦਾ ਸਥਾਨ ਹੈ ਸੋਹਣਾ। ਧਰਤ ਉਪਾਏ ਧਰੀ ਧਰਮਸ਼ਾਲਾ, ਉਤਪਤ ਪਰਲੋਂ ਆਪ ਨਿਰਾਲਾ। ਜਿਵੇਂ ਰਸੋਈ ਵਿੱਚ ਚੀਜ਼ ਬਣਾ ਕੇ ਖਾਂਦੇ ਆਪਾਂ, ਫਿਰ ਦੂਜੇ ਕਮਰੇ 'ਚ ਆ ਕੇ, ਇਸੇ ਤਰ੍ਹਾਂ ਭਾਰਤ ਖੰਡ ਵਿੱਚ ਕਮਾਈਆਂ ਕਰਕੇ ਕੋਈ ਕਿਤੇ ਕੋਈ ਕਿਤੇ ਆਪਣੇ ਕਰਮ ਅਨੁਸਾਰ ਜਾਂਦਾ, ਕਮਾਈ ਕਰਦਾ ਉੱਥੇ। ਇਹ ਤਾਂ ਹੁਣ ਮਾੜੀ ਮਾੜੀ ਕਿਤੇ ਬਾਹਰ ਨਿਕਲਣ ਲੱਗੀ ਕਮਾਈ, ਬਾਹਰ ਆ ਕੇ ਥੋੜੀ ਕਮਾਈ ਕਰਨ ਲੱਗੇ ਨੇ। ਧਰਤੀਆਂ ਦਾ ਵੀ ਹਿਸਾਬ ਹੁੰਦਾ। ਜਿਵੇਂ ਹਰਿਮੰਦਰ ਸਾਹਿਬ ਵਾਲੀ ਧਰਤੀ ਹੈ, ਇਹ ਸਭ ਤੋਂ ਜ਼ਿਆਦਾ ਪ੍ਰਿਥਵੀ ਦੇ ਉੱਤੇ ਸਭ ਤੋਂ ਜ਼ਿਆਦਾ ਕਮਾਈ ਵਾਲੀ ਧਰਤੀ ਇਹ ਆ। ਜਿਵੇਂ ਮਾਧਵੀ ਰਿਸ਼ੀ ਨੇ ਬੇਨਤੀ ਕੀਤੀ ਸੀ ਵਿਸ਼ਨੂੰ ਜੀ ਨੂੰ ਕਿ ਮੈਨੂੰ ਵਰ ਦਿਓ, ਮੇਰੀ ਉਮਰ 5 ਲੱਖ ਸਾਲ ਹੋ ਜੇ। ਉਹ ਕਹਿੰਦੇ ਇੰਨੀ ਲੰਬੀ ਉਮਰ ਕੀ ਕਰਨੀ ਹੈ? ਉਹ ਕਹਿੰਦੇ ਜੀ ਮੇਰੀ ਇੱਛਾ ਮੈਂ ਪ੍ਰਮਾਤਮਾ ਦੀ ਤਪੱਸਿਆ ਭਗਤੀ ਕਰਾਂ 5 ਲੱਖ ਸਾਲ। ਕਹਿਣ ਲੱਗੇ ਵਿਸ਼ਨੂੰ ਜੀ ਬਈ ਜੇ ਤੈਨੂੰ ਮੈਂ ਇਹੋ ਜਿਹੀ ਧਰਤੀ ਦੇ ਦਿਆਂ ਜਿੱਥੇ ਜੇ ਤੂੰ 5 ਸਾਲ ਭਗਤੀ ਕਰੇ ਤੇ 5 ਲੱਖ ਸਾਲ ਇਹਨਾਂ ਨੂੰ ਫਲ ਮਿਲ ਜੇ, ਫੇਰ ਕਹਿੰਦੇ ਜੀ ਇਹੋ ਜਿਹੀ ਧਰਤੀ ਕਿਹੜੀ ਹੈ? ਕਹਿੰਦੇ ਮਦਰ ਦੇਸ਼ ਦੇ ਵਿੱਚ ਇੱਕ ਥਾਂ ਹੈ, ਉਦੋਂ ਹਰਿਮੰਦਰ ਸਾਹਿਬ ਨਹੀਂ ਸੀ ਪ੍ਰਗਟ ਹੋਇਆ। ਕਹਿੰਦੇ ਸਤਜੁਗ ਦੇ ਵਿੱਚ ਜਿੱਥੇ ਲੀਲਾਵਤੀ ਪੁਰੀ ਸੀ ਪਹਿਲਾਂ, ਇਹ ਜਿੱਥੇ ਆਪਣਾ ਅੰਮ੍ਰਿਤਸਰ ਸ਼ਹਿਰ ਹੈ, ਇੱਥੇ ਸਤਜੁਗ ਵਿੱਚ ਇੱਕ ਸ਼ਹਿਰ ਵਸਦਾ ਸੀ ਲੀਲਾਵਤੀ ਪੁਰੀ। ਇੱਥੇ ਇੱਕ ਰਾਜਾ ਰਾਜ ਕਰਦਾ ਸੀ, ਰਾਜਾ ਸ਼ੁੱਪ। ਜਿੱਥੇ ਹਰਿਮੰਦਰ ਸਾਹਿਬ ਦਾ ਸਰੋਵਰ ਹੈ, ਇੱਥੇ ਇੰਨਾ ਵੱਡਾ ਤਾਂ ਕੁੰਡ ਸੀ ਉਹ ਰਾਜੇ ਦਾ, ਜਿੱਥੇ ਯੱਗ ਕਰਦੇ ਸੀ ਪੁਰਾਣੇ ਲੋਕ। ਜਿੱਥੇ ਅਕਾਲ ਤਖਤ ਸਾਹਿਬ ਹੈ, ਇੱਥੇ ਅਕਾਲ ਪੁਰਖ ਆਪ ਖੜੇ ਸੀ, ਪ੍ਰਗਟ ਹੋਏ ਸੀ ਆ ਕੇ। ਘੰਟਾ ਘਰ ਵਾਲੇ ਪਾਸੇ ਇੱਕ ਦੇਵਤਾ ਵੱਡਾ ਸ਼ਿਵ ਜੀ, ਇੱਕ ਪਾਸੇ ਬ੍ਰਹਮਾ, ਇੱਕ ਪਾਸੇ ਵਿਸ਼ਨੂੰ, ਇਹ ਸਾਰੇ ਜਣੇ ਉਦੋਂ ਖੜੇ। ਉਦੋਂ ਵਰ ਮੰਗਿਆ ਸੀ ਕਿ ਇੱਥੇ ਇੱਕ ਐਸਾ ਸਰੋਵਰ ਬਣੇ ਜਿਹੜਾ ਨਹਾਵੇ ਉਹਦਾ ਕੁੱਲ ਤਰ ਜੇ। ਉਦੋਂ ਅਕਾਲ ਪੁਰਖ ਵਾਹਿਗੁਰੂ ਨੇ ਵਰ ਦਿੱਤਾ, ਅੱਛਾ ਜਦੋਂ ਅਸੀਂ ਚੌਥੇ ਸਰੂਪ ਚ ਆਵਾਂਗੇ ਕਲਯੁਗ ਦੇ ਵਿੱਚ, ਉਦੋਂ ਇੱਥੇ ਪ੍ਰਗਟ ਕਰਾਂਗੇ ਸਥਾਨ ਬਹੁਤ ਵੱਡਾ, ਜਿਹਦੇ 'ਚ ਨਹਾ ਕੇ ਸਾਰੀਆਂ ਨੇ ਕੋਲਾਂ ਹੀ ਤਰ ਜਾ ਕਰੇ। ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ, ਸੰਤੋ ਰਾਮਦਾਸ ਸਰੋਵਰ ਨੀਕਾ। ਉਸ ਵਕਤ ਅਕਾਲ ਪੁਰਖ ਜੀ ਨੇ ਵਰ ਦਿੱਤਾ ਸੀ ਇੱਥੇ।
ये बड़ियां पुरानियां चीज़ां सूरज प्रकाश 'च आईयां, कोई मन्ने जां ना मन्ने उन्हां दी मर्जी हुंदी है। इस करके सतगुरु महाराज सच्चे पातशाह ने वो पावन स्थान बनाया जिथे बह के जिहड़ा थोड़ा जिहा भी तप कर लवे, थोड़ी जी भगती करे, उहदे ते बहुत छेती किरपा हुंदी। इउं ही तप स्थान हजूर साहब है, पटना साहब है। सो ये बहुत ज़्यादा पुरातन तप स्थान ने। तो जिथे जिथे गुरु नानक देव ने अवतार धारिया ननकाना साहब की धरती ते ये भी बड़ी पुरानी धरती है जिथे बहुत भगती हुई भी है। क्यों महाराज कहते ने कि राती रुती थिती वार, कहने कर्मां दे करन लई जिवें आम तौर ते लोग दिवाली आदि की रात बनी है, लोग करते ने, कर्म करते ने, कोई अपने धर्म मुताबक किसी नूं मनदा, कोई किसी दिन नूं मनदा। बसंत आदि 6 रुत्तां बनाईयां ने। राती तो जिवें रात दा अर्थ इत्थे करन करके दस्सिया, एक शिवरात्रि मनाउंदे ने, ये वो भी राती विच आउंदे, उहदे अर्थ इत्थे इउं होणगे रात। एक दिवाली दी रात, दिवाली दी रात दीवे बालीअन, भाई गुरदास जी ने जिवें लिखिया। हुण रुत्ती विच बसंत आदि 6 रुत्तां बनाईयां, थित्ती हुंदियां 15 थित्तां बनाईयां। सवे जन्म अष्टमी, रामनवमी, एकादशी, बावन दुआसी, 14 अमावस, पूर्णमासी, श्रेष्ठ थित्तां बनाईयां। फिर 7 वार बनाए, राती, फिर रुत्ती, फिर थित्ती, फिर वार। ऐतवार, सोम, मंगल, बुध, वीर, शुक्र, शनिचर वार बनाए ने। इस तरह ये 4 चीज़ां अलग अलग बनाई। जदों जपजी साहब का पाठ करना उदों इत्थे थोड़ा जिहा हौली बोल के जाना। जिहड़ियां चीज़ां ज़्यादा लिखियां होण, जिवें लिखिया होवे राती, फिर मन च सोचना भी रात किहड़ी हुंदी। रात भाव प्रताखा रातां, सारियां ही रातां। रुत्ती 6 रुत्तां, थित्तां 15, एकम दूज तीज में चंद्रमा, मत्स्या तो फिर अगले दिन एकम हो गई, फिर पूर्णमासी दिन अगले फिर नेर दी एकम हो गई। ये हुण पुरानियां चीज़ां सारियां हुण भी लागू ने। थित्ती फिर वार, इस तरीके नाल वारां दा ध्यान। तिस विच जी जुगत के रंग, तिनके नाम अनेक अनंत। हुण धरती विच रंगां रंगां दे भाव, तरह तरह के जीवन दीयां तरह तरह दीयां जुगतियां बनाईयां ने महाराज ने। जीवां दे कर्म करन दीयां जुगतियां तरह तरह दीयां रचियां ने। उन्हां जीवां दे नाम अनेकां ही ने ते जीव भी गिणती विच बेअंत ही ने। कहंदे उन्हां जीवां दा परलोक च धर्म राजा किवें विचार करदा जां दरगाह विच विचार किवें हुंदी है। कर्मी कर्मी होए विचार, कर्मी ते तां थोड़ा रुकना कि एक कर्मी दा अर्थ होर है, एक दा होर है। कर्मी कर्मी हुंदा जीव जिहड़े कर्म नूं करन वाला। जिवें आम तौर ते जो दफ्तरां 'च काम करदे पंजाब 'ਚ ਉਹਨੂੰ कर्मचारी कहते हैं, कर्म करन वाला कर्मी। कर्मी तो भाव जीवां दा जिहड़ा है ना कर्मी, कर्मां अनुसार विचार हुंदा। कर्मी जीव दा कर्मी होए विचार, ਉਹਦੇ कर्मां अनुसार ਉਹਦਾ विचार कीता जांदा। कर्मी दा अर्थ जीव है। अगे परलोक विच हर एक कर्मी कर्मी जीव जीव दा ਵੱਖੋ ਵੱਖਰਾ विचार हुंदा। कर्मी तो भाव कर्म कांडियां नूं केवल कर्मां दे करन दा ही विचार हुंदा है। कर्मी जिहड़ा जीव नूं परमेश्वर दी करमी किरपा होवे तां शुभ विचार प्राप्त हुंदा। वो परमेश्वर आप ही सच्चा है, सच्चा आप, सच्चा दरबार, उहदा परलोक रूप दरबार भी सच्चा ही है। तिथै सोहन पंच प्रवाण, इस परलोक दरबार विच जिहड़े ना 5 श्रेष्ठ कर्मां दे करन वाले जीव ही प्रमाणनीक होए ने, शोभनीक होए ने। 5 प्रवाण, 5 प्रधान, पंचे पावै दरगह मान, पंचे सोह है दार राजान। महाराज कहते ने तिथै सोहन 5 प्रवाण, श्रेष्ठ कर्मां दे करन वाले जीव सचखंड च उहदे दरबार च शोभनीक हुंदे ने। तिथै सोहन 5 प्रवाण, इस करके महाराज कहते ने कि जिहड़े 5-7 संतोख आदि शुभ गुणां दे धारन वाले ने वो भी श्रेष्ठ ने। 5 तत्तां दी रहणी नूं धारण करन वाले महात्मा भी श्रेष्ठ ने। कहंदे जी श्रेष्ठ कर्म करदा कौन कौन है, कौन कर सकदा? सो महाराज कहण लगे नदरी कर्म पवै नीसाण। नदरी ते थोड़ा जिहा रोक के कर्म पवै, नन्ने नूं बिहारी होण करके नीसाण पाठ करना, निशान नहीं करना।
ਬਿਹਾਰੀ ਸਿਹਾਰੀ ਦਾ ਫਰਕ ਜਾਣ ਲੈਣਾ। ਹੁਣ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਨਦਰੀ ਕੌਣ ਹੈ? ਪਰਮੇਸ਼ਰ, ਨਦਰ ਕਰਨ ਵਾਲਾ। ਪਰਮੇਸ਼ਰ ਦੀ ਕਰਮ ਹੁੰਦੀ ਬਖਸ਼ਿਸ਼, ਕਿਰਪਾ ਦਾ ਨਿਸ਼ਾਨ, ਚਿੰਨ੍ਹ ਤੋਂ ਭਾਵ ਲੇਖ ਬਣ ਗਿਆ। ਜਿਨ੍ਹਾਂ ਦੇ ਮਸਤਕ ਤੇ ਦੇਖ ਕੇ ਹੀ ਪ੍ਰਮਾਤਮਾ ਨੇ ਲੇਖ ਪਾ ਦਿੱਤਾ, ਸ਼ੁਭ ਲੇਖ। ਕਹਿੰਦੇ ਉਹੀ ਬੰਦਾ ਸ੍ਰੇਸ਼ਟ ਕਰਮਾਂ ਨੂੰ ਕਰਦਾ ਤੇ ਉਹੀ ਉਸ ਦੇ ਦਰਬਾਰ 'ਚ ਸ਼ੋਭਨੀਕ ਹੁੰਦਾ। ਪ੍ਰਮਾਤਮਾ ਦੇ ਦਰ ਦੇ ਉੱਤੇ ਉਹੀ ਸ਼ੋਭਨੀਕ ਹੁੰਦਾ, ਕਿਉਂਕਿ ਪ੍ਰਮਾਤਮਾ ਜੀ ਦੇ ਮਸਤਕ ਤੇ ਚੰਗੇ ਲੇਖ ਪਾ ਦੇਵੇ। ਮਸਤਕ ਤੇ ਲਿਖੇ ਹੋਏ ਅਨੁਸਾਰ ਹੀ ਗੁਣ ਗਾਉਂਦੇ ਆਪਾਂ, ਨਾ ਲਿਖਿਆ ਹੋਵੇ ਤਾਂ ਗੁਣ ਗਾ ਹੀ ਨਹੀਂ ਸਕਦਾ ਇਨਸਾਨ। ਇਸ ਕਰਕੇ ਸਤਿਗੁਰੂ ਕਹਿੰਦੇ ਨਦਰੀ ਪਵੈ। ਪਰਮੇਸ਼ਰ ਦੀ ਦ੍ਰਿਸ਼ਟੀ ਪੈਂਦਿਆਂ ਸਾਰ ਜੀਵਾਂ ਦੇ ਸ਼ੁਭ ਅਸ਼ੁਭ ਕਰਮ ਜਿਹੜੇ ਨੇ ਉਹ ਨਿਸ਼ਾਨ ਤੋਂ ਪ੍ਰਗਟ ਹੋ ਜਾਂਦੇ ਨੇ। ਕਿਰਪਾ ਦ੍ਰਿਸ਼ਟੀ ਹੁੰਦਿਆਂ ਹੀ, ਜਦੋਂ ਹੀ ਦ੍ਰਿਸ਼ਟੀ ਪੈਂਦੀ ਹੈ ਸਾਰੇ ਕਰਮ ਪ੍ਰਗਟ ਹੋ ਜਾਂਦੇ ਮਸਤਕ ਤੇ। ਹੁਣ ਜਦੋਂ ਨਦਰੀ ਅਕਾਲ ਪੁਰਖ ਦੀ ਕਿਰਪਾ ਹੋਈ ਤਾਂ ਨਦਰੀ ਤੋਂ ਭਾਵ ਸਤਿਗੁਰੂ ਵੀ ਨੇ, ਕਿਉਂਕਿ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੈ। ਗੁਰਾਂ ਦੀ ਕਰਮ ਪਵੈ, ਜਦੋਂ ਕਿਰਪਾ ਦ੍ਰਿਸ਼ਟੀ ਪੈਂਦੀ ਹੈ ਨਾ ਜੀਵ ਦੇ ਉੱਤੇ ਤਾਂ ਨਾਮ ਰੂਪੀ ਨਿਸ਼ਾਨ, ਪਰਵਾਨਾ, ਚਿੰਨ੍ਹ ਪ੍ਰਗਟ ਹੋ ਜਾਂਦਾ ਮਸਤਕ ਤੇ। ਸਤਿਗੁਰੂ ਤੱਕ ਕੇ ਹੀ ਮਸਤਕ ਤੇ ਨਾਮਦਾਨ ਬਖਸ਼ਿਸ਼ ਕਰ ਦਿੰਦੇ ਨੇ, ਕਿਉਂਕਿ ਗੁਰਾਂ ਦੀ ਕਿਰਪਾ ਸਾਰੀ ਗੁਪਤ ਚੱਲਦੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣ ਵਿੱਚ ਤਾਂ ਆਉਂਦੀਆਂ, ਪਰ ਆਪਾਂ ਕਦੇ ਧਿਆਨ ਨਹੀਂ ਦਿੱਤਾ। ਸਟੋਰਾਂ ਤੇ ਜਾਂਦੇ ਆ, ਜਿੱਥੇ ਕੀਮਤ ਲਿਖੀ ਹੁੰਦੀ ਆ ਉਹ ਛੋਟਾ ਜਿਹਾ ਇੱਕ ਉਹਨਾਂ ਦੇ ਕੋਲ ਫੜੀ ਹੁੰਦੀ ਮਸ਼ੀਨ ਜੀ, ਉਹ ਦੇਖੋ ਉਹਦੇ ਉੱਤੇ ਹੀ ਲਾਈਟ ਜੀ ਵੱਜ ਕੇ ਕੰਪਿਊਟਰ ਤੇ ਪੈਸੇ ਆ ਜਾਂਦੇ। ਕੀ ਚੀਜ਼ ਹੈ? ਲੇਜ਼ਰ ਕੀ ਚੀਜ਼ ਹੈ? ਦੂਰੋਂ ਹੀ ਪਤਾ ਲੱਗ ਜਾਂਦਾ। ਅੱਜ ਕੱਲ੍ਹ ਐਸੇ ਸਿਸਟਮ ਬਣ ਗਏ। ਇਸੇ ਤਰ੍ਹਾਂ ਸਤਿਗੁਰੂ ਦੀ ਸਿਰਫ ਨਿਗਾਹ ਇੰਨੀ ਤੇਜ਼ ਹੈ, ਜਦੋਂ ਪੈਂਦੀ ਆ ਮਸਤਕ ਤੇ ਨਾਮ ਦਾ ਨਿਸ਼ਾਨ ਬਣਾ ਦਿੰਦੇ ਨੇ। ਇਹਦਾ ਜਸ ਜਿਹੜਾ ਨਾ ਝੰਡੇ ਵਾਂਗੂ ਝੂਲਣ ਲੱਗ ਜਾਂਦਾ ਬੰਦੇ ਦਾ। ਹੁਣ ਕਹਿਣ ਲੱਗੇ ਜੀ ਭੈੜੇ ਕਰਮ ਕਰਨ ਵਾਲਿਆਂ ਦਾ ਤੇ ਸ਼ੁਭ ਕਰਮ ਕਰਨ ਵਾਲਿਆਂ ਦਾ ਉੱਥੇ ਪਰਲੋਕ ਵਿੱਚ ਪਤਾ ਨਹੀਂ ਲੱਗਦਾ ਹੋਏਗਾ। ਜਿਵੇਂ ਇਸ ਪਰਲੋਕ 'ਚ ਕਈ ਵਾਰੀ ਸੱਚਾ ਪੁਰਸ਼ ਝੂਠਾ ਤੇ ਝੂਠਾ ਜੀਵ ਸੱਚਾ ਹੋ ਜਾਂਦਾ। ਮਹਾਰਾਜ ਕਹਿੰਦੇ ਉੱਥੇ ਨਹੀਂ ਚੱਲਦਾ, ਉੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਭ ਬਰਾਬਰ ਕਰ ਦਿੰਦੇ ਨੇ। ਇੱਥੋਂ ਵਾਲਾ ਕੰਮ ਥੋੜੀ ਉੱਥੇ। ਕੱਚ ਪਕਾਈ ਉਥੈ ਪਾਏ। ਮਹਾਰਾਜ ਕਹਿੰਦੇ ਕੱਚਿਆਂ ਪੁਰਸ਼ਾਂ ਦੀ ਕਚਤਿਆਈ ਜਿਹੜੀ ਆ ਨਾ, ਅਤੇ ਮੰਦਿਆਂ ਦੀ ਮੰਦਤਾਈ ਤੇ ਪੱਕਿਆਂ ਦੀ ਪਕਿਆਈ, ਪੁੰਨੀਆਂ ਦੀ ਪੁੰਨਤਾਈ ਉੱਥੇ ਪ੍ਰਲੋਕ 'ਚ ਵੀ ਧਰਮਰਾਜ ਦੀ ਕਚਹਿਰੀ 'ਚ ਪਾਈ ਜਾਂਦੀ। ਚੰਗੇ ਮੰਦੇ ਪੁਰਸ਼ ਸਾਰੇ ਉੱਥੇ ਜਾਣੇ ਜਾਂਦੇ ਨੇ, ਉਹਨਾਂ ਦੇ ਸਿਸਟਮ ਆਪਣੇ ਨੇ। ਸੋ ਜਿਵੇਂ ਲੋਕ ਕਹਿੰਦੇ ਉੱਪਰਲੇ ਕਈ ਵਾਰ ਆ ਜਾਂਦੇ ਨੇ, ਏਲੀਅਨ ਆ ਜਾਂਦੇ ਨੇ ਇੱਥੇ, ਜਾਂ ਕੋਈ ਹੋਰ ਜਹਾਜ਼ ਜੇ ਉੱਤਰ ਜਾਂਦੇ ਨੇ, ਕਹਿੰਦੇ ਉਹਨਾਂ ਦੀ ਟੈਕਨੋਲੋਜੀ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਹੈ। ਧਰਮਰਾਜੇ ਹੁਣੇ ਵੀ ਇਸੇ ਤਰ੍ਹਾਂ ਹੀ ਨੇ, ਉਹਨਾਂ ਦੀ ਚੀਜ਼ ਬਹੁਤ ਅੱਗੇ ਆਪਣੇ ਤੋਂ। ਉਹ ਤਾਂ ਬਸ ਜਿਵੇਂ ਮਾੜੀ ਜੀ ਚਿੱਪ ਜੀ ਪਾਉਨੇ ਆਪਾਂ, ਸਾਰਾ ਬਾਇਓਡਾਟਾ ਨਿਕਲ ਆਉਂਦਾ ਉਸੇ ਵਕਤ ਸਾਹਮਣੇ। ਬੰਦੇ ਦਾ ਵੀ ਇੰਨਾ ਕੀ ਹੈ, ਮਾੜਾ ਜਿਹਾ ਹੀ ਦੇਖਦੇ। ਹੁਣ ਤਾਂ ਸਾਰਾ ਕੁਝ ਹੋਰ ਤਰ੍ਹਾਂ ਦਾ ਹੀ ਇੱਥੇ ਵੀ ਆ ਗਿਆ, ਉਹੀ ਚੀਜ਼ ਉੱਥੇ ਹੈ। ਚੰਗਾ ਮੰਦਾ ਕੱਚਾ ਪੱਕਾ ਸਾਰਾ ਕੁਝ ਉੱਥੇ ਪਤਾ ਲੱਗ ਜਾਂਦਾ, ਕੀ ਕੀਤਾ ਕੀ ਨਹੀਂ ਕੀਤਾ, ਹਰੇਕ ਡੇਟ ਨਾਲ ਤੱਕ ਸਭ ਕੁਝ ਆ ਜਾਂਦਾ। ਟਾਈਮ ਆ ਜਾਂਦਾ, ਹਰੇਕ ਚੀਜ਼ ਆ ਜਾਂਦੀ ਵੀ ਇਹਨੇ ਆਹ ਕੰਮ ਕੀਤਾ, ਇਹਨੇ ਆਹ ਕੰਮ ਕੀਤਾ। ਕਿਉਂਕਿ ਉਹਨਾਂ ਦੇ ਸਿਸਟਮ ਵੱਡੇ ਨੇ, ਇਸ ਕਰਕੇ ਉਹਨਾਂ ਨੂੰ ਦੇਰ ਨਹੀਂ ਲੱਗਦੀ। ਨਾਲੋਂ ਨਾਲ ਆਪਣੇ ਆਪ ਹੀ ਉਸ ਸਿਸਟਮ ਦੇ ਵਿੱਚ ਹੀ ਚੀਜ਼ਾਂ ਪਾਈਆਂ ਹੋਈਆਂ, ਉਹਦੇ ਮੁਤਾਬਕ ਹੀ ਜਨਮ ਜੂਨ ਜੋ ਮਿਲਣਾ ਸਭ ਕੁਝ ਮਿਲ ਜਾਂਦਾ। ਕਹਿੰਦੇ ਜਿਸ ਤਰ੍ਹਾਂ ਇਹ ਲੋਕ ਵਿੱਚ ਕੋਈ ਬੰਦਾ ਚੋਰੀ ਆਦਿ ਗੁਨਾਹ ਕਰਦਾ ਨਾ, ਤਾਂ ਉਹ ਉਗਾਈਆਂ ਲੈ ਕੇ ਫੈਸਲਾ ਕਰਦੇ ਨੇ, ਤਿਵੇਂ ਪਰਲੋਕ ਵਿੱਚ ਉਗਾਈਆਂ ਲੈਂਦੇ ਹੋਣਗੇ। ਉੱਥੇ ਵੀ ਕਹਿੰਦੇ ਨੇ ਕੋਈ ਗਵਾਹ ਹੁੰਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਨਕ ਗਿਆ ਜਾਪੈ ਜਾਏ। ਸਤਿਗੁਰੂ ਕਹਿੰਦੇ ਜਿਸ ਵੇਲੇ ਜੀਵ ਪਰਲੋਕ 'ਚ ਜਾਏ ਤੋਂ ਪਾਵੇ, ਉਹ ਜਗ੍ਹਾ ਵਿੱਚ ਗਿਆ ਨਾ, ਉਸੇ ਵੇਲੇ ਚੰਗਾ ਮੰਦਾ ਜਾਪਿਆ ਜਾਏ, ਜਾਣਿਆ ਜਾਂਦਾ। ਉੱਥੇ ਪਰਲੋਕ 'ਚ ਉਗਾਈਆਂ ਲੈਣ ਦੀ ਲੋੜ ਨਹੀਂ ਪੈਂਦੀ। ਹੁਕਮੀ ਹੋਏ ਨਿਬੇੜ ਗਿਆ ਜਾਣੀਐ, ਅਥਵਾ ਸਤਿਗੁਰੂ ਕਹਿੰਦੇ ਨੇ ਲਿਖ ਨਾਵੈ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਬਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ ਮੁਹ ਕਾਲੈ ਦੋਜਕ ਚਾਲਿਆ। ਤੇਰੇ ਨਾਏ ਰੱਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਜਦੋਂ ਕਹਿੰਦੇ ਉੱਥੇ ਪਰਲੋਕ 'ਚ ਜਾਂਦਾ, ਬਕਾਇਦਾ ਉਹ ਸਾਰੀ ਜਿਵੇਂ ਆਪਾਂ ਇੱਥੇ ਦਿਖਾਉਣੇ ਵੀਡੀਓ ਕੱਢ ਕੇ ਪਿਕਚਰ ਦਿਖਾ ਦਿੰਦੇ ਨੇ ਸਾਰੀ।
आ देख तू ही आ ना, इन्नियां डेट आ गई, आ टाइम आ गया, असीं तां नहीं गलती कर रहे, तू ही कर रहा। बंदे नूं मन्नना ही पैंदा, हाँ जी मैं ही हाँ। कोई अपने गुनाह किन्ने ही लको लवे अंदर, पर बंदे दे अंदर भी जिहड़ी चीज एक लगी हुई है, सारा कुछ साडा जो हुण आपां बोल भी रहे, भी नोट हो रहा सारा। हर एक क्रिया नोट हुंदी साडी उस गल दे उत्ते। अंदर जिहड़ी आत्मा दे विच ही सारा कुछ है। आत्मा चों ही कढ़ लैंदे ने कि किहड़ी किहड़ी गल बोली, की कीता, किन्नियां अज तक माड़ियां गल्लां, किन्ना झूठ है, किन्ना चंगियाई, किन्नी बाणी पढ़ी, सब कुछ उहदे उत्ते ही आ जांदा। किन्नियां दे पैसे रखे, किन्नियां दे नहीं रखे, किन्ना दान पुण्य, जिंदगी दा जन्म दे पहले सवास तो लैके अंतिम सवास तक दा सारा हिसाब किताब हो जांदा उहदे च। पर आपां नूं नहीं पता हुंदा, आपां सोचदे सानूं किहड़ा पता, सानूं किहड़ा किसी ने कि देखिया। इस करके सारा कुछ जिवें इत्थे भी सारा कुछ पता हुंदा, ऐ तां दुनिया चले ही ना, पता हुंदा सब कौन कित्थे बैठा, की कर रहा, किधर नूं जा रहा, ਉਹਦੀ ਕੀ ਕਿਰਿਆ, हर गल अपनी नोट हो जाती है। ये नहीं कि अपना किसी को पता ही नहीं कि आप की कर रहे हैं, किहड़े घर विच की पिया ये भी पता, कित्थे की रखिया ये भी पता, हर चीज सेंसर हुंदी, हर चीज दे विच दी पता लग जांदा की है। इन्ना ही इस तो करोड़ां गुणे वध सिस्टम परमात्मा ने दर ते है। हर चीज का उत्थे ज्ञान है, कदे भुलेखे च ना रह जाइए आपां भी उत्थे कुछ पता ही नहीं, मेरा पता ही नहीं लग्या। जो फिर हिसाब किताब हुंदा, फिर बंदा कहना मैं तो कदे माड़ा काम कीता ही नहीं, मेरे नाल पता नहीं रब ने आउं क्यों कर दिता, क्योंकि उहनूं तो सारा पता ही है। पिछले जन्म उस तो पिछले करोड़ां जन्मां दा परमात्मा नूं पता अपना। इस करके सतगुरु महाराज कहंदे ने, जिहड़ा गुरां दे पेटे च पै जांदा आके संगत च आ गया। रात भी यही उपदेश दिता सी महाराज ने पांदे नूं, यही उपदेश दिता सी। कहना महाराज फिर इन्हां चक्करां च निकल किवें सकदे हैं? कहंदे बस गुरु दे दर ते आके उपदेश लैके गुर उपदेश की कमाई करिए, गुरु वाले बन के गुर उपदेश की कमाई करके फिर आपां अपने जीवन नूं सफला कर सकते हैं, फिर आपां इन्हां चक्करां चों निकल सकते हैं। जिहदे सिर ते सतगुरु दा मेहर भरिया हत्थ आ गया, वो जीव नूं कुछ नहीं हो सकदा। उत्थे तो फिर धर्म राजा भी डरदा, उत्थे तो सब डरदे ने, उहनूं फिर कोई चीज हत्थ नहीं पा सकती जब तक वो गुरु वाला नहीं बनदा। गुरु वाला बनना ही नहीं कि अमृत छक लिया गुरु वाला बन गया। अगले जिहड़े कानून ने होर दस्से हुए, पंजां प्यारिਆਂ ने जिहड़े असूल दस्से ने, उन्हां नूं कमा के गुरु वाला बनना, रहत मर्यादा च परपक्कता नाल एक एक गल नूं कमाउणा। किसे गल दी कमी रह गई फिर गुरु जिम्मेवार नहीं। हक पराया नानका उस सूअर उस गाए, गुर पीर हामा तां भरे जां मुरदार ना खाए। इस करके जिवें माला सिंह ते लाहौरा सिंह की साखी सुनाई सी, वो पैसे ले के मुकर गया। महाराज कहने मैं अगे परलोक च तेरी गवाही नहीं देनी, गुरु नाल खड़दा परलोक च। इस करके सतगुरु महाराज कहने सारा कुछ सोच समझ के चलियो, बाद विच ना कहो कि मैनूं पता ही नहीं लग्या सी किसे गल दा। किसे गल च नेरा नहीं है, सब प्रतख सब मालक नूं दिख रहा है, सब कुछ उन्हां नूं पता है। इस करके उहदे दर ते मन जाओ कि मेथों गलतियां हो गईयां, मैनूं माफ कर दिओ, फिर तो कर दिंदे ने। ते जे कहिए गलतियां करन तो बाद भी कि मैं तो कोई गलती नहीं कीती, महाराज कहने ये बहुत झूठा बंदा, नाले गल्लां करदा, गलतियां करदा, नाले मेरे को झूठ बोलदा। फिर आके चेतो मसंद नूं सतगुरु ने ताइयों सजा दित्ती सी। सतगुरु कहने नाले तो तू चलाकियां करदा, नाले समझना गुरु उहदी उम्र छोटी आ, उदों महाराज 14 साल दे सी, ते नाले तू मेरे नाल हेरा फेरियां करदा। कहने ना तेरा कल्याण असीं ऐ करांगे, एक तीर बख्शांगे तेरे मत्थे ते, बस लोक परलोक भी समझ जाएगा, नाले तेरा कल्याण कर दिंदे हैं। तो इस करके महाराज कहने कहाँ जाके जिहड़ी सजा मिलनी इत्थे दे दिंदे हैं। तां ते सतगुरु कहने कोई इउं ना कहे कि गुरु दे दर ते जां परमात्मा दर ते पारदर्शी नहीं कुछ, सब कुछ ऐन कलीन झेटा, उत्थे सब दिखदा है सब कुछ। ये भी आपां भावें कबूतर वांगू अखां बंद कर लईए, पर परमात्मा नूं सब कुछ नजर आ रहा है। इस करके सतगुरु कहने समझ के चलो, जो कदम चकना समझ के चक्यो, आपे बीज आपे ही खाओ, जेहा बीजै सो लुणै, कर्मा संदड़ा खेत। इस करके महाराज कहने ने नाम बीज संतोख सुहागा,
रख गरीबी वेश। नाम दा बीज ही बीजी चलो, बस यही सानू छड़ावेगा। नाम नहीं बचाउणा, होर कोई चारा नहीं अपने बचण दा। वाहेगुरु 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 लेख कथ न छूटिया लेख कथ न छूटिया खिन खिन पूलन हार खिन खिन पूलन हार बख्शन हार बख्श लै बख्शन हार बख्श लै नानक पार उतार नानक पार उतार वाहेगुरु 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 बख्शन हार बख्श लै बख्शन हार बख्श लै नानक पार उतार नानक पार उतार